ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਜੋ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਪ੍ਰੋਸੈਸ ਸਿੰਕਰੋਨਾਈਜੇਸ਼ਨ, ਕ੍ਰਿਟੀਕਲ ਸੈਕਸ਼ਨ ਐਂਡ ਸੈਮਾਫੋਰਸ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਪ੍ਰੋਸੈਸ ਸਿੰਕਰੋਨਾਈਜੇਸ਼ਨ ਕਹਿੰਦੇ ਕਿਹਨੂੰ ਹੈ। ਜਿਵੇਂ ਕਿ ਆਪਾਂ ਇੱਕ ਡਾਂਸ ਲੈ ਲਈਏ, ਡਾਂਸ ਦੇ ਵਿੱਚ ਅਗਰ ਆਪਾਂ ਗਰੁੱਪ ਡਾਂਸ ਦੇਖ ਲਈਏ, ਗਰੁੱਪ ਡਾਂਸ ਦੇ ਵਿੱਚ ਅਗਰ ਕੋਈ ਵੀ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਡਾਂਸ ਨਹੀਂ ਕਰ ਰਿਹਾ, ਸਟੈਪਸ ਇੱਕੋ ਜਿਹੇ ਨਹੀਂ ਕਰ ਰਹੇ, ਤਾਂ ਆਪਾਂ ਕਹਿੰਦੇ ਹਾਂ ਕਿ ਇਹ ਬਿਲਕੁਲ ਵੀ ਸਿੰਕ 'ਚ ਨਹੀਂ ਕਰ ਰਹੇ, ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈਗਾ। ਅਤੇ ਉਹ ਚੀਜ਼ ਨੂੰ ਜੇ ਕੋਈ ਵੀ ਮੈਚ ਕਰਕੇ ਜਾਂ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਕੰਮ ਕਰੇ, ਉਹਨੂੰ ਕਹਿੰਦੇ ਆ ਸਿੰਕਰੋਨਾਈਜੇਸ਼ਨ। ਐਵੇਂ ਹੀ ਆਪਣੇ ਕੋਲੇ ਜਿਹੜੇ ਕੰਪਿਊਟਰ ਦੇ ਵਿੱਚ ਪ੍ਰੋਸੈਸ ਹੁੰਦੇ ਆ ਉਹ ਵੀ ਦੋ ਤਰੀਕੇ ਦੇ ਹੁੰਦੇ ਨੇ। ਇੱਕ ਹੁੰਦੇ ਨੇ ਕੋਆਪਰੇਟਿੰਗ, ਜਿਹੜੇ ਕਿ ਇੱਕ ਦੂਜੇ ਨਾਲ ਸਿੰਕ ਕਰਕੇ ਜਾਂ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਕੰਮ ਕਰਦੇ ਨੇ। ਇੱਕ ਹੁੰਦੇ ਨੇ ਇੰਡੀਪੈਂਡੈਂਟ, ਜਿਹੜੇ ਕਿ ਆਪਣਾ ਆਪਣਾ ਕੰਮ ਅਲੱਗ-ਅਲੱਗ ਕਰਦੇ ਆ, ਇੱਕ ਦੂਜੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ। ਕੋਆਰਡੀਨੇਟ ਪ੍ਰੋਸੈਸ ਇੱਕ ਦੂਜੇ ਨਾਲ ਡਾਟਾ ਸ਼ੇਅਰ ਕਰ ਲੈਂਦੇ ਨੇ ਤਾਂ ਕਿ ਇੱਕ ਦੂਜੇ ਦਾ ਕੰਮ ਆਸਾਨ ਹੋ ਸਕੇ। ਤੇ ਕੋਆਪਰੇਟਿਵ ਪ੍ਰੋਸੈਸ ਐਵੇਂ ਦੇ ਹੀ ਪ੍ਰੋਸੈਸ ਦੀ ਡੈਫੀਨੇਸ਼ਨ ਹੈ ਜਿਹੜੇ ਕਿ ਇੱਕ ਸਾਥ ਇੱਕ ਦੂਜੇ ਨੂੰ ਇੱਕ ਡੇਟਾ ਸ਼ੇਅਰ ਕਰ ਸਕਦੇ ਨੇ। ਇਹਦੇ ਇਲਾਵਾ ਇੱਕ ਹੋਰ ਸ਼ਬਦ ਇੱਥੇ ਯੂਜ਼ ਕੀਤਾ ਗਿਆ ਹੈ, ਕੌਨਕਰੈਂਟ ਪ੍ਰੋਸੈਸ। ਕੌਨਕਰੈਂਟ ਪ੍ਰੋਸੈਸ ਉਹ ਪ੍ਰੋਸੈਸ ਹੁੰਦੇ ਨੇ ਜਿਹੜੇ ਇੱਕ ਸਾਥ ਐਗਜ਼ੀਕਿਊਟ ਕੀਤੇ ਜਾਂਦੇ ਨੇ, ਤੇ ਜਦੋਂ ਇਹਨਾਂ ਨੂੰ ਇੱਕ ਸਾਥ ਆਪਾਂ ਚਲਾ ਰਹੇ ਹਾਂ, ਇੱਕ ਸਾਥ ਬਹੁਤ ਸਾਰੇ ਪ੍ਰੋਸੈਸ ਚਲਾ ਰਹੇ ਹਾਂ, ਕੌਨਕਰੈਂਟ ਹੁੰਦੇ ਜਿਹੜੇ ਇੱਕ ਸਾਥ ਚੱਲਦੇ ਹੈ। ਜਿਵੇਂ P1 ਵੀ ਰਨ ਕਰ ਰਿਹਾ, P2 ਵੀ ਰਨ ਕਰ ਰਿਹਾ, P3 ਵੀ ਰਨ ਕਰ ਰਿਹਾ। ਜੇ ਇਹ ਆਪਸ ਦੇ ਵਿੱਚ ਡੇਟਾ ਸ਼ੇਅਰ ਕਰਦੇ ਨੇ, ਉਹਦੇ ਨਾਲ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਨੇ, ਤੇ ਉਹ ਦਿੱਕਤਾਂ ਕੀ ਹੁੰਦੀਆਂ ਨੇ ਔਰ ਉਹਨੂੰ ਕਿਵੇਂ ਆਪਾਂ ਸੋਲਿਊਸ਼ਨ ਕੱਢਦੇ ਹਾਂ ਉਹਦੇ ਲਈ ਆਪਾਂ ਅੱਗੇ ਪੜਾਂਗੇ। ਕਾਰਪੋਰੇਟ ਪ੍ਰੋਸੈਸ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਇੱਕ ਦੂਜੇ ਨਾਲ ਡਾਟਾ ਸ਼ੇਅਰ ਕਰਦੇ ਹੈ, ਉਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਦੂਸਰੇ ਪ੍ਰੋਸੈਸ ਹੁੰਦੇ ਕੌਨਕਰੈਂਟ ਪ੍ਰੋਸੈਸ ਜਾਂ ਇੰਡੀਪੈਂਡੈਂਟ ਪ੍ਰੋਸੈਸ, ਜਿਹੜੇ ਕਿ ਅਲੱਗ ਇੱਕ ਸਾਥ ਐਗਜ਼ੀਕਿਊਟ ਇੱਕ ਸਾਥ ਹੁੰਦੇ ਆ, ਆਪਣਾ ਅਲੱਗ-ਅਲੱਗ ਐਗਜ਼ੀਕਿਊਟ ਆਪਰੇਟਿੰਗ, ਇੱਕ ਦੂਜੇ ਨਾਲ ਕੋਈ ਉਹਨਾਂ ਨੂੰ ਲੈਣਾ ਦੇਣਾ ਨਹੀਂ ਹੁੰਦਾ ਗਾ, ਐਗਜ਼ੀਕਿਊਟ ਉਹ ਇੱਕ ਸਾਥ ਹੋ ਰਹੇ ਹੁੰਦੇ ਹੈ। ਪਰ ਅਗਰ ਉਹ ਡਾਟਾ ਆਪਸ 'ਚ ਸ਼ੇਅਰ ਕਰਦੇ ਆ, ਕਾਮਨ ਡਾਟਾ ਯੂਜ਼ ਕਰਦੇ ਆ, ਉਹਦੇ ਕਰਕੇ ਡਾਟਾ ਗਲਤ ਹੋਣ ਦੇ ਚਾਂਸ ਹੁੰਦੇ ਆ। ਉਹ ਕਿਵੇਂ ਹੁੰਦੇ ਆ, ਉਹ ਕੀ ਚੀਜ਼ ਹੁੰਦੀ ਹੈ, ਉਹ ਆਪਾਂ ਹੌਲੀ ਹੌਲੀ ਅੱਗੇ ਪੜਾਂਗੇ। ਇੱਕ ਰੇਸ ਕੰਡੀਸ਼ਨ ਇੱਕ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਡੇਟਾ ਇਨਕਨਸਿਸਟੈਂਸੀ। ਇਹ ਵਰਡ ਆਪਾਂ ਬਾਰ-ਬਾਰ ਪੜਾਂਗੇ, ਇਹਦਾ ਮੀਨਿੰਗ ਸਮਝ ਲੈਂਦੇ ਹਾਂ ਪਹਿਲਾਂ। ਡਾਟਾ ਜਿਹੜਾ ਵੀ ਡਾਟਾ ਆਪਾਂ ਸਟੋਰ ਕਰ ਰੱਖਿਆ ਹੈ ਕੰਪਿਊਟਰ ਦੇ ਅੰਦਰ, ਇਨਕਨਸਿਸਟੈਂਟ ਹੋਣਾ ਮਤਲਬ ਗਲਤ ਹੋ ਜਾਣਾ, ਇਨਕਨਸਿਸਟੈਂਟ ਹੋ ਜਾਣਾ, ਡਾਟਾ ਦਾ ਗਲਤ ਹੋ ਜਾਣਾ। ਉਹ ਕਿਉਂ ਹੁੰਦਾ ਹੈ? ਰੇਸ ਕੰਡੀਸ਼ਨ ਦੇ ਵਿੱਚ ਉਹ ਹੋ ਸਕਦਾ ਹੈ। ਰੇਸ ਕੰਡੀਸ਼ਨ ਕਿਵੇਂ ਹੁੰਦੀ ਹੈ? ਰੇਸ ਕੰਡੀਸ਼ਨ ਤਾਂ ਹੀ ਹੁੰਦੀ ਹੈ ਜਦੋਂ ਇੱਕ ਤੋਂ ਜ਼ਿਆਦਾ ਆਪਰੇਸ਼ਨ ਆਪਾਂ ਇੱਕ ਸਾਥ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੋ ਪ੍ਰੋਸੈਸ ਹੈ, ਦੋਨੋਂ ਪ੍ਰੋਸੈਸ ਆਪਣਾ ਆਪਣਾ ਆਪਰੇਸ਼ਨ ਕਰ ਰਹੇ ਹੈ, ਮਤਲਬ ਇੱਕ ਤੋਂ ਜ਼ਿਆਦਾ ਆਪਰੇਸ਼ਨ ਜਾਂ ਦੋ ਤੋਂ ਜ਼ਿਆਦਾ ਆਪਰੇਸ਼ਨ ਇੱਕ ਸਾਥ ਚੱਲ ਰਹੇ। ਜਿਵੇਂ ਤਿੰਨ ਪ੍ਰੋਸੈਸ ਹੈ, ਤਿੰਨੋਂ ਆਪਣਾ ਆਪਣਾ ਆਪਰੇਸ਼ਨ ਪਰਫਾਰਮ ਕਰ ਰਹੇ, ਮਤਲਬ ਤਿੰਨ ਆਪਰੇਸ਼ਨ ਇੱਕ ਸਾਥ ਹੋ ਰਹੇ ਹੈ। ਇਹਦਾ ਮਤਲਬ ਤਿੰਨਾਂ ਦਾ ਇੱਕ ਦੂਜੇ ਨਾਲ ਤਿੰਨੋਂ ਪ੍ਰੋਸੈਸ ਇੱਕ ਦੂਜੇ ਨਾਲ ਕੋਆਰਡੀਨੇਟ ਨਹੀਂ ਕਰਦੇ, ਇੰਡੀਪੈਂਡੈਂਟ ਹੈ। ਉਹ ਆਪਣਾ ਅਲੱਗ ਹੈ, ਉਹ ਆਪਣਾ ਅਲੱਗ ਹੈ, ਉਹ ਆਪਣਾ ਅਲੱਗ ਹੈ। ਐਗਜ਼ੀਕਿਊਟ ਇੱਕ ਸਾਥ ਹੋ ਰਹੇ ਨੇ ਪਰ ਹੈਗੇ ਅਲੱਗ-ਅਲੱਗ, ਕੋਆਪਰੇਟ ਨਹੀਂ ਕਰਦੇ ਹੋ ਇੱਕ ਦੂਜੇ ਨਾਲ, ਡੇਟਾ ਸ਼ੇਅਰ ਨਹੀਂ ਕਰਦੇ ਹੋ ਇੱਕ ਦੂਜੇ ਨਾਲ। ਹੁਣ ਉਹ ਕੰਮ ਕਰਨਾ ਚਾਹ ਰਹੇ ਹੈ ਸੇਮ ਡੇਟਾ ਤੇ, ਸ਼ੇਅਰਿੰਗ ਉਹ ਕਰਨਾ ਨਹੀਂ ਚਾਹੁੰਦੇ, ਪਰ ਤਿੰਨੋਂ ਚਾਹੁੰਦੇ ਸੇਮ ਡਾਟਾ ਤੇ ਹੈ ਕੰਮ ਕਰਨਾ, ਸ਼ੇਅਰ ਇੱਕ ਦੂਜੇ ਨਾਲ ਕਰਦੇ ਨਹੀਂ ਹੈਗੇ ਉਹ। ਹੁਣ ਇਹਦੇ ਕਰਕੇ ਜੇ ਐਜੇ ਪ੍ਰੋਸੈਸ ਜਿਹੜੇ ਤਿੰਨ ਪ੍ਰੋਸੈਸ ਜਾਂ ਤਿੰਨ ਤੋਂ ਦੋ ਤੋਂ ਵੱਧ ਪ੍ਰੋਸੈਸ ਐਵੇਂ ਦੇ ਪ੍ਰੋਸੈਸ ਹੈ ਜਿਹੜੇ ਅਲੱਗ-ਅਲੱਗ ਕੰਮ ਕਰਨਾ ਚਾਹੁੰਦੇ ਸੇਮ ਡੇਟਾ ਤੇ ਕੰਮ ਕਰਨਾ, ਸ਼ੇਅਰਿੰਗ ਉਹ ਚਾਹੁੰਦੇ ਨਹੀਂ। ਉਹਦੇ ਕਰਕੇ ਕੀ ਹੁੰਦਾ, ਕਈ ਵਾਰੀ ਡੇਟਾ ਜਿਹੜਾ ਉਹ ਤਿੰਨੋਂ ਸੇਮ ਡੇਟਾ ਨੂੰ ਚਾਹ ਰਹੇ ਹੈ ਜਿਹਦੇ ਉੱਪਰ ਕੰਮ ਕਰਨਾ, ਉਹ ਡੇਟਾ ਨੂੰ ਇਨਕਰੈਕਟ ਹੋਣ ਦੇ ਚਾਂਸ ਹੋ ਜਾਂਦੇ ਨੇ ਜੇ ਅਗਰ ਆਪਾਂ ਉਹਨਾਂ ਨੂੰ ਪ੍ਰੋਪਰ ਸੀਕੁਐਂਸ ਦੇ ਵਿੱਚ ਐਗਜ਼ੀਕਿਊਟ ਨਾ ਕਰੀਏ। ਇਸ ਕੰਡੀਸ਼ਨ ਨੂੰ ਕਿਹਾ ਜਾਂਦਾ ਹੈ ਰੇਸ ਕੰਡੀਸ਼ਨ।
ਜਦੋਂ ਦੋ ਜਾਂ ਦੋ ਤੋਂ ਵੱਧ ਆਪਰੇਸ਼ਨਸ ਇੱਕ ਸਾਥ ਹੁੰਦੇ ਨੇ ਜਿਹੜੇ ਕਿ ਪ੍ਰੋਪਰ ਸੀਕੁਐਂਸ ਦੇ ਵਿੱਚ ਨਾ ਹੋਣ, ਉਹਦੇ ਕਰਕੇ ਡੇਟਾ ਇਨਕਰੈਕਟ ਹੋ ਜਾਂਦਾ ਹੈ। ਇਸ ਟਾਈਪ ਦੀ ਕੰਡੀਸ਼ਨ ਨੂੰ ਕਿਹਾ ਜਾਂਦਾ ਹੈ ਰੇਸ ਕੰਡੀਸ਼ਨ। ਜਿਵੇਂ ਕਿ ਐਗਜ਼ਾਮਪਲ ਸਮਝ ਲੈਂਦੇ ਆ ਕਿ ਕਿਵੇਂ ਆਪਾਂ ਰੇਸ ਕੰਡੀਸ਼ਨ ਤੱਕ ਪਹੁੰਚਦੇ ਹਾਂ ਤੇ ਕ੍ਰਿਟੀਕਲ ਸੈਕਸ਼ਨ ਕਿਹਨੂੰ ਕਿਹਾ ਜਾਂਦਾ ਹੈ। ਕ੍ਰਿਟੀਕਲ ਸੈਕਸ਼ਨ ਉਹ ਡੇਟਾ ਹੁੰਦਾ ਹੈ ਜਿਹਨੂੰ ਇੱਕ ਤੋਂ ਜ਼ਿਆਦਾ ਜਣੇ ਇੱਕ ਸਾਥ ਯੂਜ਼ ਕਰਨ ਤਾਂ ਉਹ ਡਾਟਾ ਗਲਤ ਹੋਣ ਦੇ ਚਾਂਸਸ ਹੁੰਦੇ ਆ, ਡੇਟਾ ਇਨਕਨਸਿਸਟੈਂਟ ਹੋਣ ਦੇ ਚਾਂਸ ਹੁੰਦੇ ਆ। ਇਹ ਜਿਹਾ ਡਾਟਾ ਕਿਹੜੇ ਸੈਕਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ? ਕ੍ਰਿਟੀਕਲ ਸੈਕਸ਼ਨ ਦੇ ਵਿੱਚ। ਕ੍ਰਿਟੀਕਲ ਸੈਕਸ਼ਨ ਉਹ ਸੈਕਸ਼ਨ ਹੁੰਦਾ ਹੈ ਜਿਹਦੇ ਵਿੱਚ ਰੱਖਿਆ ਹੋਇਆ ਡਾਟਾ ਜੇ ਇੱਕ ਤੋਂ ਜ਼ਿਆਦਾ ਜਣੇ ਸੇਮ ਟਾਈਮ ਤੇ ਵਰਤਨ ਤਾਂ ਉਹ ਡਾਟਾ ਗਲਤ ਹੋਣ ਦੇ ਚਾਂਸ ਹੁੰਦੇ ਹੈ। ਉਸ ਸੈਕਸ਼ਨ ਨੂੰ ਆਪਾਂ ਕਹਿੰਦੇ ਹੈ ਕ੍ਰਿਟੀਕਲ ਸੈਕਸ਼ਨ। ਕ੍ਰਿਟੀਕਲ ਸੈਕਸ਼ਨ ਦਾ ਹੀ ਮਤਲਬ ਹੁੰਦਾ ਹੈ ਕਿ ਉਹਦੀ ਕੰਡੀਸ਼ਨ ਇੰਨੀ ਕ੍ਰਿਟੀਕਲ ਹੈ ਕਿ ਉਹਨੂੰ ਇੱਕ ਤੋਂ ਵੱਧ ਜਣੇ ਯੂਜ਼ ਨਾ ਕਰਨ। ਜਿਵੇਂ ਕਿ ਆਪਾਂ ਮੰਨ ਲੈਂਦੇ ਹਾਂ ਕਿ ਅਕਾਊਂਟ ਬੈਲੈਂਸ ਹੈ ਕਿਸੇ ਬੰਦੇ ਦਾ, ਉਹਦਾ ਨਾਮ ਹੈ A, ਉਹਦੇ ਕੋਲ ਹੈਗੇ ਆ 5000 ਰੁਪਏ ਅਕਾਊਂਟ ਦੇ ਵਿੱਚ। ਉਹਨੇ 1000 ਰੁਪਏ ਦਿੱਤੇ B ਨੂੰ ਤੇ ਕਿੰਨਾ ਬਚ ਗਏ? 4000। ਫਿਰ ਉਹਨੇ C ਨੂੰ ਦੇਤੇ 1000 ਰੁਪਏ, ਉਹਦੇ ਕੋਲੇ ਬਚ ਗਏ 3000 ਰੁਪਏ। ਹੁਣ ਹਜੇ ਇਸ ਟਾਈਮ ਤੇ ਉਹਦੇ ਕੋਲੇ 3000 ਰੁਪਏ ਹੈ। ਹੁਣ B ਵੀ A ਨੂੰ ਪੈਸੇ ਦੇਣ ਨੂੰ ਤਿਆਰ ਹੈ ਵਾਪਸ, C ਵੀ A ਨੂੰ ਪੈਸੇ ਦੇਣ ਨੂੰ ਤਿਆਰ ਹੈ ਵਾਪਸ, ਪਰ ਇਹਨਾਂ ਨੇ ਕੰਮ ਕੀ ਕੀਤਾ? ਸੇਮ ਟਾਈਮ ਤੇ ਪੈਸੇ ਦੇਣ ਨੂੰ ਤਿਆਰ ਹੋ ਗਏ। ਜਦੋਂ ਸੇਮ ਟਾਈਮ ਤੇ ਪੈਸੇ ਦੇਣ ਨੂੰ ਤਿਆਰ ਹੋਵੇ, ਜਦੋਂ ਇਹਨੇ ਇਹਦਾ ਬੈਲੈਂਸ ਚੈੱਕ ਕੀਤਾ ਉਦੋਂ 3000 ਸੀ, ਜਦੋਂ C ਨੇ ਇਹਦਾ ਬੈਲੈਂਸ ਚੈੱਕ ਕੀਤਾ ਉਦੋਂ ਵੀ 3000 ਸੀ। B ਤੇ C ਨੇ ਦੋਨਾਂ ਨੇ ਸੇਮ ਟਾਈਮ ਤੇ ਦਾ ਬੈਲੈਂਸ ਚੈੱਕ ਕੀਤਾ, ਦੋਨਾਂ ਨੂੰ ਕਿੰਨਾ ਦਿਖਿਆ? 3000। ਇਹਨੇ ਵੀ 1000 ਰੁਪਏ ਪਵਾਤੇ, 4000 ਬਣ ਗਏ। ਇਹਨੇ ਵੀ ਜਦੋਂ 1000 ਰੁਪਏ ਪਵਾਏ 4000 ਬਣ ਗਏ। ਇਹਦੇ ਕੋਲੇ ਆ ਤਾਂ 2000 ਰੁਪਏ ਗਏ, B ਨੇ ਵੀ 1000 ਰੁਪਏ ਵਾਪਸ ਕੀਤਾ, C ਨੇ ਵੀ 1000 ਰੁਪਏ ਵਾਪਸ ਕੀਤਾ, ਬਟ ਇਹਦੇ ਕੋਲੇ ਪਹੁੰਚੇ ਕਿੰਨੇ? ਇਹਦੇ ਬੈਲੈਂਸ ਚ ਸ਼ੋ ਕਿੰਨੇ ਹੋ ਰਹੇ? 4000। ਹੋਣੇ ਕਿੰਨੇ ਚਾਹੀਦੇ ਸੀ? 5000। ਇਹ ਹੋ ਗਈ ਹੈ ਡੇਟਾ ਇਨਕਨਸਿਸਟੈਂਸੀ, ਕਿਉਂਕਿ ਜਿਹੜਾ ਅਕਾਊਂਟ ਬੈਲੈਂਸ A ਦਾ ਸੀਗਾ ਉਹਨੂੰ ਐਟ ਅ ਟਾਈਮ ਇੱਕ ਹੀ ਬੰਦੇ ਨੇ ਦੇਖਣਾ ਸੀਗਾ, ਪਰ ਇਹਨਾਂ ਦੋਨਾਂ ਨੇ ਇੱਕ ਸਾਥ ਬਿਨਾਂ ਇੱਕ ਦੂਜੇ ਨੂੰ ਦੱਸੇ, ਮਤਲਬ ਬਿਨਾਂ ਇੱਕ ਦੂਜੇ ਦੇ ਨਾਲ ਕੰਮ ਕੀਤੇ, ਅਲੱਗ-ਅਲੱਗ ਕੰਮ ਕਰ ਰਹੇ। B ਆਪਣਾ ਕੰਮ ਕਰ ਰਿਹਾ, C ਆਪਣਾ ਕੰਮ ਕਰ ਰਿਹਾ। ਇਹਨਾਂ ਨੂੰ ਇੱਕ ਦੂਜੇ ਦਾ ਕੁਝ ਨਹੀਂ ਪਤਾ, ਪਰ ਦੋਨਾਂ ਨੇ ਇੱਕ ਸਾਥ ਸੇਮ ਡੇਟਾ ਨੂੰ ਐਕਸੈਸ ਕੀਤਾ, ਇੱਕ ਦੂਜੇ ਨਾਲ ਸ਼ੇਅਰ ਨਹੀਂ ਕੀਤਾ। ਆਪਣੀ ਮਰਜ਼ੀ ਨਾਲ ਇਹਨੇ ਅਲੱਗ ਤੋਂ ਦੇਖਿਆ, ਇਹਨੇ ਆਪਣੀ ਮਰਜ਼ੀ ਨਾਲ ਅਲੱਗ ਤੋਂ ਦੇਖਿਆ। ਇੱਕ ਦੂਜੇ ਨਾਲ ਕੋਆਪਰੇਟ ਨਹੀਂ ਕਰਦੇ ਹੈਗੇ, ਅਲੱਗ-ਅਲੱਗ ਰਹਿੰਦੇ ਨੇ, ਪਰ ਡੇਟਾ ਸੇਮ ਸਿਲੈਕਟ ਕੀਤਾ ਤੇ ਸੇਮ ਟਾਈਮ ਤੇ ਸਿਲੈਕਟ ਕੀਤਾ, ਜਿਹਦੇ ਕਰਕੇ ਡੇਟਾ 'ਚ ਪ੍ਰੋਬਲਮ ਆਈ, ਡੇਟਾ ਇਨਕਨਸਿਸਟੈਂਸ ਹੋ ਗਿਆ। ਇਹ ਕੰਡੀਸ਼ਨ ਕਿਹੜੀ ਕੰਡੀਸ਼ਨ ਨੂੰ ਜਨਰੇਟ ਕਰਦੀ ਹੈ? ਰੇਸ ਕੰਡੀਸ਼ਨ। ਹੁਣ ਇਹਦਾ ਸੋਲੂਸ਼ਨ ਕੀ ਹੈ? ਇਹਦਾ ਸੋਲੂਸ਼ਨ ਇਹ ਹੈ ਕਿ ਐਜ ਏ ਪ੍ਰੋਸੈਸ ਨੂੰ ਇੱਕ ਸਾਥ ਕੰਮ ਕਰਨਾ ਨਾ ਦਿੱਤਾ ਜਾਵੇ। ਹੁਣ ਜਿਵੇਂ ਥੱਲੇ ਵਾਲੀ ਕੰਡੀਸ਼ਨ 'ਚ ਦੇਖੋ, ਪਹਿਲਾਂ B ਕਹਿੰਦਾ ਮੈਂ ਦੇ ਦਿੰਦਾ, B ਨੇ ਚੈੱਕ ਕੀਤਾ 3000 ਹੈ ਬੈਲੈਂਸ, 1000 ਰੁਪਏ ਪਾਏ 4000। ਹੁਣ ਜਦੋਂ C ਚੈੱਕ ਕਰੂਗਾ ਉਹਨੂੰ A ਦਾ ਬੈਲੈਂਸ ਨਜ਼ਰ ਆਊਗਾ 4000। ਹੁਣ ਜਦੋਂ ਇਹ 1000 ਰੁਪਏ ਹੋਰ ਪਵਾ ਦੂਗਾ 4000 ਦੇ ਵਿੱਚ ਤੇ A ਦਾ ਬੈਲੈਂਸ ਬਣ ਜਾਊਗਾ 5000। ਹੁਣ ਡਾਟਾ ਕੰਸਿਸਟੈਂਸ ਹੈ, ਹੁਣ ਰੇਸ ਕੰਡੀਸ਼ਨ 'ਚ ਕੋਈ ਪ੍ਰੋਬਲਮ ਨਹੀਂ। ਇੱਥੇ A ਦੇ ਕੰਡੀਸ਼ਨ ਨੂੰ ਆਪਾਂ ਕ੍ਰਿਟੀਕਲ ਸੈਕਸ਼ਨ ਲੈ ਕੇ ਚੱਲ ਰਹੇ ਹਾਂ। ਇੱਥੇ ਕਿਉਂ ਨਹੀਂ ਪ੍ਰੋਬਲਮ ਆਈ? ਕਿਉਂਕਿ ਇੱਕ ਤੋਂ ਬਾਅਦੋਂ ਦੂਸਰੇ ਨੇ ਕੰਮ ਕੀਤਾ। ਐਜ ਜਾਂ ਕੋਈ ਵੀ ਸੈਕਸ਼ਨ ਹੋਵੇ ਜਿਹੜਾ ਕ੍ਰਿਟੀਕਲ ਸੈਕਸ਼ਨ ਹੋਵੇ, ਉਹਦੇ ਵਿੱਚ ਆਪਾਂ ਕਦੇ ਵੀ ਜੇ ਇੱਕ ਤੋਂ ਜ਼ਿਆਦਾ ਪ੍ਰੋਸੈਸ ਜਿਹੜੇ ਇੱਕ ਦੂਜੇ ਨਾਲ ਕੋਆਪਰੇਟ ਨਹੀਂ ਕਰਦੇ ਉਹਨਾਂ ਨੂੰ ਭੇਜਾਂਗੇ ਤਾਂ ਰੇਸ ਕੰਡੀਸ਼ਨ ਹੋ ਜੂਗੀ, ਡੇਟਾ ਇਨਕਨਸਿਸਟੈਂਟ ਹੋ ਜੂਗਾ। ਇਸ ਚੀਜ਼ ਨੂੰ ਅਵੋਇਡ ਕਰਨ ਲਈ ਕ੍ਰਿਟੀਕਲ ਸੈਕਸ਼ਨ ਦੇ ਵਿੱਚ ਆਪਾਂ ਇੱਕ ਤੋਂ ਜ਼ਿਆਦਾ ਜਣੇ ਨੂੰ ਐਂਟਰ ਨਹੀਂ ਕਰਨ ਦਿੰਦੇ ਕਿ ਪਹਿਲਾਂ B ਆਪਣਾ ਕੰਮ ਕਰ ਲੇ ਚਾਹੇ C ਕਰ ਲੇ, ਉਹਦੇ ਜਾਣ ਤੋਂ ਬਾਅਦੋਂ ਦੂਸਰਾ ਬੰਦਾ ਕੰਮ ਕਰੂਗਾ। ਇਹ ਚੀਜ਼ ਆਪਾਂ ਇਨਸ਼ੋਰ ਕਰਨੀ ਹੈ। ਹੁਣ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ, ਹੁਣ ਮੈਂ ਸਿਸਟਮ ਇਸ ਤਰੀਕੇ ਦਾ ਬਣਾਉਣਾ ਹੈ ਕਿ ਕੋਈ ਵੀ ਜਣਾ ਦੁਨੀਆ 'ਚ ਕੋਈ ਵੀ ਜਣਾ ਜੋ ਵੀ ਇੱਕ ਬੰਦੇ ਨੂੰ ਪੈਸੇ ਭੇਜਣ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਮੰਨ ਲਓ ਉਹਨੇ ਤਾਂ 5 ਜਣਿਆਂ ਨੂੰ ਪੈਸੇ ਦਿੱਤੇ ਹੋਏ ਸੀ,
पंजों नूं पैसे मोड़ रहे हैं। हुण आपां नूं तां नहीं पता ना वो सेम टाइम ते मोड़दे ने या अलग-अलग टाइम ते मोड़दे ना, उन्हां नूं पता है कि अच्छा उहने भी पैसे लिते हुए सी, मैं जिस टाइम ते मोड़ रहा उस टाइम ते वो बंदा मोड़ रहा, ताकि वो जो मोड़न की कोशिश करन अपने सिस्टम नूं पता लग जाए कि अच्छा ये सारे दे सारे सेम अकाउंट नूं सिलेक्ट करन की कोशिश कर रहे, वो ये चीज़ नूं अलाउ ना करे, एक एक करके अलाउ करे, तो ऑटोमैटिकली क्रिटिकल सैक्शन दे विच कोई दिक्कत नहीं आऊगी ते ना ही अकाउंट बैलेंस दे विच कदे कोई दिक्कत आऊगी। इसीलिए आपां नूं कंप्यूटर सिस्टम या सिस्टम ही एवें दा बनाना पऊगा ताकि ये दिक्कत ना आ सके। क्रिटिकल सैक्शन वही सैक्शन हुंदा है, वो सैगमेंट हुंदा है किसी भी वो कोड का एक पार्ट हुंदा है जिन्हों सिर्फ एट अ टाइम एक ही प्रोसेस एक टाइम ते यूज कर सकता है, एक्सेस कर सकता है। अगर इस डेटा इस सैक्शन दे विच शेयर्ड रिसोर्सिस हैगे है जिहड़े दूसरिਆਂ ने भी यूज करने ने, आपां नूं मेक श्योर करना पऊगा कि एट अ टाइम इन्हां रिसोर्सिस नूं एक ही प्रोसेस यूज कर सके। क्रिटिकल सैक्शन हमेशा वो सैक्शन हुंदा है जिन्हों एक तो वध प्रोसेस यूज नहीं कर सकता सेम टाइम ते। जदों आपां एंट्री करनी है उदों आपां सिग्नल केड़ा देखना है, वेट यानी वेट फंक्शन देखना है, ते जिन्हों आपां पी नाल भी रिप्रेजेंट करते हैं। जदों आपां एग्जिट करना है, क्रिटिकल सैक्शन छड्ड के जाना है, वो केड़ा फंक्शन कंट्रोल करदा है, उन्हों सिग्नल फंक्शन कंट्रोल करदा है जिन्हों आपां वी दे नाल रिप्रेजेंट करते हैं। एक ही प्रोसेस एक टाइम ते क्रिटिकल सैक्शन दे अंदर रह सकता है, यही मेन मुद्दा हैगा अपना क्रिटिकल सैक्शन दा। जेड़े प्रोसेस वेट कर रहे हैं क्रिटिकल सैक्शन दी, क्रिटिकल सैक्शन चो किसी होर प्रोसेस दी बाहर आन दी, वो वेट फंक्शन नूं चेक करते हैं। जे वेट ऑन होगा इहदा मतलब जे वेट हैगा है, वेटिंग ऑन है, इहदा मतलब वेट करो क्रिटिकल सैक्शन दे अंदर कोई हैगा। जो वेट ऑफ हो गया आपां नूं सिग्नल फंक्शन दस दूगा कि हाँ वेट ऑफ हो गया है, यानी कि सिग्नल देता उन्हें, सिग्नल फंक्शन च सिग्नल मिल गया मतलब क्रिटिकल सैक्शन खाली हो गया। जे आपां नूं वेट वाली चीज़ मिल रही है, इहदा मतलब ये है कि कोई ना कोई क्रिटिकल सैक्शन च हैगा। जो आपां नूं सिग्नल मिल जूगा उदों आपां क्रिटिकल सैक्शन के अंदर जा सकते हैं, क्रिटिकल सैक्शन इहदा मतलब खाली हो गया। जिन्ना चिर आपां नूं आह वाला फंक्शन नजर आऊगा इहदा मतलब क्रिटिकल सैक्शन च कोई हैगा, वेट करो। जदों सिग्नल मिल गया मतलब क्रिटिकल सैक्शन बंदा खाली करके जा चुका है, प्रोसेस खाली करके जा चुके हैं, हुण आपां जा सकते हैं क्रिटिकल सैक्शन दे अंदर। हुण क्रिटिकल सैक्शन नूं किवें इंप्लीमेंट किया जाऊगा, केड़े एल्गोरिदम के थ्रू या केड़ी टेक्नीक के थ्रू इंप्लीमेंट किया जाऊगा, उहदे लई आपां यूज करते हैं सैमाफोर्स क्रिटिकल सैक्शन, ताकि चंगे तरीके नाल सिर्फ जिहड़ा बंदा हैगा, जिहड़ा प्रोसेस हैगा, उन्होंने टेंशन लैण की लोड़ नहीं। ऑटोमैटिकली कंप्यूटर ने एवें दा सिस्टम बनाया हुआ है कि जदों ही दो तो ज़्यादा बंदे प्रोसेस क्रिटिकल सैक्शन नूं एक्सेस करन की कोशिश करते हैं, ऑटोमैटिकली वो सिस्टम सिर्फ एक ही बंदे नूं या एक ही प्रोसेस नूं अलाउ करता है। इनू आपां कहने हैं सैमाफोर्स। सैमाफोर एक वेरिएबल हुंदा है जिहड़े एक इंटीजर वेरिएबल नूं स्टोर करता है। इंटीजर वेरिएबल दो ऑपरेशंस नूं यूज करते हैं, वेट ते सिग्नल। जिवें कि पहला भी दस्सिया गया है कि जे वेट फंक्शन हैगा, इहदा मतलब क्रिटिकल सैक्शन कोई होर प्रोसेस यूज कर रहे हैं वेट। जो क्रिटिकल सैक्शन खाली हो गया या एम्प्टी हो गया, उदों आपां नूं सिग्नल फंक्शन मिल जूगा जिहदे नाल आपां नूं पता लग जूगा कि क्रिटिकल सैक्शन खाली हो चुका है। जदों कोई भी प्रोसेस क्रिटिकल सैक्शन दे विच एंटर करता है, उस सैमाफोर की वैल्यू 1 सैट कर दिंदा है, जिहदे नाल आपां नूं ये पता लग जाता है कि क्रिटिकल सैक्शन इस टाइम से यूज हो रहा है।
ਤੇ ਆਪਾਂ ਕ੍ਰਿਟੀਕਲ ਸੈਕਸ਼ਨ ਦੇ ਅੰਦਰ ਨਾ ਜਾਈਏ। ਜਦੋਂ ਕ੍ਰਿਟੀਕਲ ਸੈਕਸ਼ਨ ਨੂੰ ਕੋਈ ਵੀ ਪ੍ਰੋਸੈਸ ਛੱਡ ਕੇ ਜਾਂਦਾ ਹੈ ਉਹ ਉਹਦੀ ਵੈਲਿਊ ਵਾਪਸ 0 ਕਰ ਦਿੰਦਾ ਹੈ, ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕ੍ਰਿਟੀਕਲ ਸੈਕਸ਼ਨ ਖਾਲੀ ਹੈ ਤੇ ਕੋਈ ਹੋਰ ਪ੍ਰੋਸੈਸ ਕ੍ਰਿਟੀਕਲ ਸੈਕਸ਼ਨ ਦੇ ਅੰਦਰ ਐਂਟਰ ਕਰ ਸਕਦਾ ਹੈ। एग्जाम्पल के तौर पर ਆਪਾਂ ਨੂੰ ਸੈਮਾਫੋਰ ਦਾ यूज करके दिखाया गया। आ कोई होर कोड है, आ थल्ले कोई होर कोड है, इत्थे क्रिटिकल सैक्शन है। हुण क्रिटिकल सैक्शन दे अंदर जाण तो पहला हमेशा आपां किहड़ा सिग्नल चैक करांगे, किहड़ा ऑपरेशन चैक करांगे, पी। जे पी दी वैल्यू 1 है, जिवें कि आपां पिछे पढ़िया, इहदा मतलब कोई प्रोसैस क्रिटिकल सैक्शन दे अंदर एंटर कर चुके है, उन्हें वेट दा सिग्नल ऑन करता। जो वो क्रिटिकल सैक्शन छड्ड के जाऊगा वो वैल्यू क्रिटिकल सैक्शन की वापस 0 कर दूगा। वो ये इंडिकेट करूगा कि हुण क्रिटिकल सैक्शन खाली हो चुके हैं। इस तरीके नाल सैमाफोर की मदद के नाल आपां किसी भी क्रिटिकल सैक्शन नूं आसानी नाल बहुत सारे प्रोसैस दे विच यूज कर सकते हैं, ताकि किसी प्रोसैस की भी कोई दिक्कत ना आवे, ना डाटा नूं कोई इनकंसिस्टेंसी होवे। सैमाफोर दो तरीके दे हुंदे ने, एक हुंदा है बाइनरी सैमाफोर, एक हुंदा है काउंटिंग सैमाफोर। बाइनरी सैमाफोर जिवें नाम तो ही पता लग रहा है बाइनरी है, मतलब दो वैल्यूज यूज करूगा। काउंटिंग सैमाफोर दो तो ज़्यादा वैल्यूज लिए यूज किया जाता है। हुण एक एक करके आपां समझांगे बाइनरी सैमाफोर किवें काम करदा है ते काउंटिंग सैमाफोर किवें काम करदा है। बाइनरी सैमाफोर सब तो सिंपल है क्योंकि इत्थे दो ही वैल्यूज यूज होंदियां 0 ते 1। जे 1 है इहदा मतलब वेट करो कोई क्रिटिकल सैक्शन दे अंदर है, जे 0 है इहदा मतलब क्रिटिकल सैक्शन खाली है, यू कैन गो इनसाइड क्रिटिकल सैक्शन। जिवें कि आपां इत्थों देखदे हैं इनिशियल वैल्यू 0 है, इत्थे इनिशियल वैल्यू 1 है, इहदा मतलब अवेलेबल है। अवेलेबल होएगा इत्थे जो अनअवेलेबल है, वैल्यू 1 हुई वैल्यू 0 हुई, आपां की कहता इनू अवेलेबल करता। इत्थे आपां 0 नू अनअवेलेबल मान के चल रहे हैं तो 1 नू अवेलेबल मान के चल रहे हैं। तुसी किसी भी वैल्यू नू किसी भी तरीके नाल मान के चल सकते हो। इत्थे इनिशियल वैल्यू 0 है, मतलब क्रिटिकल सैक्शन के अंदर कोई हैगा, वो हजे अवेलेबल नहीं हैगा। जदों ही क्रिटिकल सैक्शन नू रिलीज किया जाऊगा, अवेलेबल हो जाऊगा, वैल्यू कितनी हो जाएगी 1 हो जाएगी, मतलब क्रिटिकल सैक्शन हुण अवेलेबल हो गया। और रिलीज करते ही वैल्यू 1 कर दूगा। जदों क्रिटिकल सैक्शन नू छड्ड के जाऊगा उदों वैल्यू 1 कर दूगा। 1 करन दा मतलब रिलीज करता है, अनअवेलेबल करता है। जे वैल्यू 0 है इहदा मतलब वो अवेलेबल है, जदों वैल्यू 1 है इहदा मतलब वो अनअवेलेबल है। 0 का मतलब अवेलेबल है, मतलब क्रिटिकल सैक्शन खाली पिया, तुसी क्रिटिकल सैक्शन के अंदर जा सकते हो। जदों वैल्यू 1 हुई इहदा मतलब क्रिटिकल सैक्शन के अंदर कोई ना कोई हैगा, वो अवेलेबल नहीं है, वो अनअवेलेबल है। सिंपली तुसी इन एरोज नू फॉलो करो। 0 मतलब अवेलेबल, 1 मतलब अनअवेलेबल। 0 का मतलब अवेलेबल खाली है क्रिटिकल सैक्शन, 1 का मतलब अनअवेलेबल, क्रिटिकल सैक्शन अवेलेबल नहीं है, उहदे अंदर कोई हैगा। इसी तरीके नाल आपां काउंटिंग सैमाफोर यूज करते हैं। काउंटिंग सैमाफोर दी इनिशियल वैल्यू 0 तो शुरू करते हैं ते अनअवेलेबल स्टेट तो आपां हमेशा शुरू करते हैं। अनअवेलेबल स्टेट तो आपां अवेलेबल स्टेट, अगर वैल्यू ग्रेटर दैन हैगी है तो आपां उहनूं अवेलेबल स्टेट काउंट कर सकते हैं। जे वैल्यू घट हैगी है आपां उहनूं अनअवेलेबल। ये डिपेंड करता है कि तुसी 0 नू अवेलेबल मान के चलना है तो ग्रेटर दैन नू अनअवेलेबल, या 0 नू अवेलेबल मानना है, ग्रेटर दैन नू अनअवेलेबल मानना है तो 0 नू अवेलेबल।
जिमें कि काउंट 1 है तो आप कहता अवेलेबल है, काउंट वाधा गया आप क्या अवेलेबल है अवेलेबल है अवेलेबल है। जदों काउंट घटदा गया तां भी अवेलेबल है। जदों काउंट 0 हो गया, जदों ही काउंट 0 हो गया आप की कहता अनअवेलेबल है। मतलब काउंट की वैल्यू 0 है, इसका मतलब क्रिटिकल सैक्शन अवेलेबल नहीं है। काउंट की वैल्यू अदर दैन 0, 0 के इलावा चाहे 1 होवे 2 होवे 3 होवे 4 होवे, कितनी मर्जी होवे प्लस दे विच, चाहे नैगेटिव माइनस कर दे गए आपां, इंक्रीजिंग ऑर्डर दे विच कितनी भी होवे, 0 नहीं होनी चाहिए, 0 तो ऊपर जिन्नी मर्जी वैल्यू होवे आपां कहांगे अवेलेबल है। जदों 0 होगी आपां कह दांगे कि अनअवेलेबल है। इत्थे 1 है, इसका मतलब अवेलेबल, वध गई काउंट +1 हो गया, वधी गई जिन्नी मर्जी वधी गई कोई दिक्कत नहीं, कटी भी तां भी कोई दिक्कत नहीं है। इत्थों पहले मान लो 1 हुई, 1 तो बाद 2 3 4 5 6 होगी, फिर 6 तो कटनी शुरू हुई 5 4 3 2 1 तक अपन कोई प्रॉब्लम नहीं। जिवें वैल्यू 0 हुई ਇਹਦਾ मतलब क्रिटिकल सैक्शन फिर तो अनअवेलेबल हो गया है। ਇਹਨੂੰ ਆਪਾਂ ਕਹਿੰਦੇ ਆ काउंटिंग सैमाफोर। काउंटिंग सैमाफोर ਦੇ ਵਿੱਚ ਆਪਾਂ 0 ਦੇ ਇਲਾਵਾ ਕਿਸੇ ਹੋਰ ਵੱਡੀ ਵੈਲਿਊ ਨੂੰ, ਪੋਜ਼ਿਟਿਵ ਵੈਲਿਊ ਨੂੰ ਇਹ ਮੰਨ ਕੇ ਚੱਲਾਂਗੇ ਕਿ क्रिटिकल सैक्शन अवेलेबल है। ਜੇ ਵੈਲਿਊ 0 ਹੋ ਜਾਂਦੀ ਹੈ ਤਾਂ ਆਪਾਂ ਇਹ ਮੰਨ ਕੇ ਚੱਲਾਂਗੇ ਕਿ क्रिटिकल सैक्शन अवेलेबल नहीं है। ਇਹ ਹੈਗਾ ਤੁਹਾਡਾ काउंटिंग सैमाफोर। बाइनरी सैमाफोर भी सेम काम करता है, काउंटिंग सैमाफोर भी सेम काम करता है, बस इत्थे फर्क यही आपां 2 ही वैल्यूज यूज करते हैं, ईजी हो जाता है। काउंटिंग दे विच आपां बहुत सारी वैल्यूज यूज कर सकते हैं, इसलिए ग्रेटर दैन 0 के उपर आपां कहने अवेलेबल है, जे इक्वल्स टू 0 है इनू आपां कह देने अनअवेलेबल है। जिवें कि तुसीं देख सकते हो, जे 0 है इसदा मतलब अनअवेलेबल है, जे ग्रेटर दैन 0 है इसदा मतलब अवेलेबल है। बाइनरी दे विच अगर 1 है इसदा मतलब अवेलेबल है, 0 है मतलब अनअवेलेबल है। तुसी अदर वे भी वैल्यूज नू यूज कर सकते हो। इहदे नाल ही अज दा टॉपिक फिनिश हुंदा है। थैंक यू।